ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਾਂਗਰਸੀ ਕਲੇਸ਼ ਕੈਪਟਨ ਦੀਆਂ ਦੋ ਸ਼ਰਤਾਂ ਕਰਕੇ ਫਸਿਆ ਪੇਚ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਤੁਹਾਡੀ। ਚਰਨਜੀਤ ਜੀ, ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਕਾਂਗਰਸੀਆਂ ਵਿੱਚ ਰਫੜ ਜਿਹੜਾ ਹੈਗਾ ਉਹ ਲਗਾਤਾਰ ਵੱਧਦਾ ਜਾ ਰਿਹਾ ਤੇ ਇਸੇ ਕਾਰਨ ਪੰਜਾਬ ਪ੍ਰਧਾਨ ਦਾ ਜਿਹੜਾ ਐਲਾਨ ਦੀ ਘੜੀ ਵੀ ਹੈ ਉਹ ਦੂਰ ਹੁੰਦੀ ਜਾ ਰਹੀ ਹੈ, ਐਲਾਨ ਹੋ ਨਹੀਂ ਪਾ ਰਿਹਾ। ਤੇ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਵੱਖ-ਵੱਖ ਧੜਿਆਂ ਵੱਲੋਂ ਜਿਹੜਾ ਹੈ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ, ਆਪਣੀ ਤਾਕਤ ਦਿਖਾਈ ਜਾ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਇਸ ਦੌਰਾਨ ਜਿਹੜਾ ਇਹ ਪ੍ਰਧਾਨਗੀ ਦਾ ਐਲਾਨ ਹੈ ਉਹ ਲੇਟ ਹੁੰਦਾ ਜਾ ਰਿਹਾ, ਇਸ ਦੇ ਪਿੱਛੇ ਕਾਰਨ ਕੀ ਰਹਿ ਰਹੇ ਨੇ? ਦੇਖੋ, ਇਸ ਤੋਂ ਪਹਿਲਾਂ ਕਿ ਜਿਹੜੀ ਕਾਂਗਰਸ ਦੀ ਹਾਈ ਕਮਾਨ ਹੈ, ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਜਿਹੜਾ ਨਵਾਂ ਪ੍ਰਧਾਨ ਹੈ ਉਹਦਾ ਐਲਾਨ ਕਰਦੀ, ਤਾਂ ਇਸੇ ਦੌਰਾਨ ਹੀ ਪੰਜਾਬ ਕਾਂਗਰਸ ਦਾ ਜਿਹੜਾ ਖਿਲਾਰਾ ਹੈ ਉਹ ਕਾਫੀ ਹੱਦ ਤੱਕ ਵੱਧ ਚੁੱਕਾ ਹੈ। ਪੰਜਾਬ ਦੀ ਜਿੱਥੇ ਸਿਆਸਤ ਗਰਮਾ ਗਈ ਹੈ ਕਾਂਗਰਸ ਦੀ ਅੰਦਰੂਨੀ ਲੜਾਈ ਕਰਕੇ, ਉੱਥੇ ਕਾਂਗਰਸ ਦੇ ਅੰਦਰ ਵੀ ਜਿਹੜੀ ਆਪਸੀ ਪਾਟੋ ਧਾੜ ਹੈ ਉਹ ਕਾਫੀ ਹੱਦ ਤੱਕ ਵੱਧ ਗਈ ਹੈ। ਅਤੇ ਹੁਣ ਕਾਂਗਰਸ ਦਾ ਹਾਈ ਕਮਾਨ ਦਾ ਮੇਨ ਜੋ ਜ਼ੋਰ ਲੱਗਿਆ ਉਹ ਇਸ ਗੱਲ 'ਤੇ ਹੈ ਕਿ ਇਸ ਸਾਰੇ ਖਿਲਾਰੇ ਨੂੰ ਕਿਵੇਂ ਸਮੇਟਿਆ ਜਾਵੇ। ਦੇਖੋ, ਇਸ ਵੇਲੇ ਜਿਹੜਾ ਸਾਡਾ ਕਿਸਾਨ ਹੈ ਉਹ ਦਿੱਲੀ ਦੇ ਵਿੱਚ ਨਿਆਂ ਦੀ ਜਾਂ ਆਪਣੇ ਹੱਕ ਦੀ ਲੜਾਈ ਲੜ ਰਿਹਾ ਹੈ, ਤਾਂ ਇੱਧਰ ਸਾਡੇ ਪੰਜਾਬ ਕਾਂਗਰਸ ਹੈ ਜਾਂ ਸਾਡੀ ਹਾਕਮ ਧਿਰ ਹੈ, ਇਹ ਆਪਣੀ ਸੱਤਾ ਦੀ ਜਾਂ ਕਹਿ ਲਓ ਕੁਰਸੀ ਦੀ ਲੜਾਈ ਲੜ ਰਹੀ ਹੈ। ਇਹਦੇ ਵਿੱਚ ਦੋ ਖੇਮੇ ਹੈ ਜਿਹੜੇ ਬਣ ਗਏ ਨੇ। ਇੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਧੜਾ ਹੈ, ਦੂਸਰਾ ਉਹ ਧੜਾ ਹੈ ਜਿਹੜਾ ਬਾਗੀ ਸੁਰ ਰੱਖਦਾ ਸੀ, ਜਿਸ ਨੇ ਇਸ ਸਾਰੇ ਜਿਹੜੇ ਖਿਲਾਰੇ ਦਾ ਜਾਂ ਇਸ ਬਗਾਵਤ ਦਾ ਮੁੱਢ ਬੰਨ੍ਹਿਆ ਸੀ। ਉਹੀ ਧੜਾ ਹੁਣ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਧੜੇ ਦੇ ਰੂਪ ਦੇ ਵਿੱਚ ਪ੍ਰਗਟ ਹੋ ਰਿਹਾ ਜੀ। ਆਤਿਸ਼, ਇਸ ਖਿਲਾਰੇ ਨੂੰ ਲੈ ਕੇ ਆਪਾਂ ਦੋ ਤਿੰਨ ਗੱਲਾਂ ਆਪਣੇ ਦਰਸ਼ਕਾਂ ਨਾਲ ਜਿਹੜੀਆਂ ਸਾਂਝੀਆਂ ਕਰਨੀਆਂ ਨੇ ਜੀ। ਕੈਪਟਨ ਅਮਰਿੰਦਰ ਸਿੰਘ ਦੀਆਂ ਕਿਹੜੀਆਂ ਸ਼ਰਤਾਂ ਨੇ ਦੋ, ਜਿਨ੍ਹਾਂ ਕਰਕੇ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨ ਐਲਾਨਿਆ ਜਾਣਾ ਰੁਕਿਆ ਹੋਇਆ, ਉਸ 'ਤੇ ਵੀ ਆਪਾਂ ਚਰਚਾ ਕਰਾਂਗੇ। ਪਰ ਇਸ ਵੇਲੇ ਤਾਂ ਜਿਹੜੀ ਅੱਜ ਦੀ ਡਿਵੈਲਪਮੈਂਟ ਹੈ ਉਸ 'ਤੇ ਆਪਾਂ ਥੋੜ੍ਹੀ ਜਿਹੀ ਝਾਤ ਮਾਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕੱਲ੍ਹ ਪ੍ਰਤਾਪ ਸਿੰਘ ਬਾਜਵਾ ਹੋਰੀ ਮਿਲੇ ਸੀ ਕਿ ਜਿਹੜੇ ਉਹਨਾਂ ਦੇ ਵਿਰੋਧੀ ਸਮਝੇ ਜਾਂਦੇ ਸੀ ਕਿ ਦੋਨੇ ਵਿਰੋਧੀ ਆਪਸ 'ਚ ਨੇੜੇ ਆਏ ਨੇ। ਔਰ ਉਸ ਕੱਲ੍ਹ ਦੀ ਬੈਠਕ ਦਾ ਇੱਕ ਰਿਜ਼ਲਟ ਇਹ ਸਾਡੇ ਸਾਹਮਣੇ ਬਾਹਰੀ ਤੌਰ 'ਤੇ ਸਾਨੂੰ ਦਿਖ ਰਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਅੱਜ ਦਿੱਲੀ ਵਿਚਲੀ ਰਿਹਾਇਸ਼ 'ਤੇ ਜਿਹੜੇ ਰਾਜ ਸਭਾ ਔਰ ਲੋਕ ਸਭਾ ਦੇ ਪੰਜਾਬ ਨਾਲ ਸੰਬੰਧਿਤ ਮੈਂਬਰ ਆਫ ਪਾਰਲੀਮੈਂਟ ਹੈ ਉਹ ਬੁਲਾਏ ਸੀ ਲੰਚ 'ਤੇ। ਕਿਹਾ ਇਹ ਜਾ ਰਿਹਾ ਕਿ ਉਹਨਾਂ ਨੇ ਜਿਹੜੀ ਅਗਲਾ ਪਾਰਲੀਮੈਂਟ ਦਾ ਸੈਸ਼ਨ ਹੈ ਉਹਦੇ ਬਾਰੇ ਡਿਸਕਸ਼ਨ ਕਰਨੀ ਸੀ, ਕਿਸਾਨੀ ਦੇ ਮਸਲਿਆਂ ਨੂੰ ਲੈ ਕੇ। ਪਰ ਦੇਖਿਆ ਜਾਵੇ ਮੌਜੂਦਾ ਹਾਲਾਤਾਂ ਤੋਂ ਸਾਨੂੰ ਇਹੀ ਸਾਹਮਣੇ ਆਉਂਦਾ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਕਲੇਸ਼ ਪਿਆ ਹੋਇਆ ਹੈ ਉਹਦੇ ਵਿੱਚ ਜਿਹੜੀ ਆਪਾਂ ਕਹਿ ਲਈਏ ਕੈਪਟਨ ਅਮਰਿੰਦਰ ਸਿੰਘ ਦੀ ਤਰਫਦਾਰੀ ਕਰਨ ਦੇ ਲਈ ਜਾਂ ਉਹਨਾਂ ਦਾ ਵਜ਼ਨ ਵਧਾਉਣ ਦੇ ਲਈ ਇਹ ਮੀਟਿੰਗ ਹੈ ਜਿਹੜੀ ਰੱਖੀ ਗਈ ਸੀ ਜੀ। ਤਾਂ ਸਭ ਤੋਂ ਪਹਿਲਾਂ ਜੇ ਆਪਾਂ ਡਿਸਕਸ ਕਰੀਏ ਨਵਜੋਤ ਸਿੱਧੂ ਨੂੰ, ਜਿਨ੍ਹਾਂ ਨੂੰ ਹਜੇ ਪ੍ਰਧਾਨ ਐਲਾਨਿਆ ਨਹੀਂ ਗਿਆ, ਪਰ ਹਾਈ ਕਮਾਨ ਨੇ ਅੰਦਰੋਂ ਅੰਦਰੀ ਉਹਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਐਲਾਨ ਇਸ ਕਰਕੇ ਰੁਕ ਗਿਆ ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਨੂੰ ਆਪਣੇ ਫੇਸ ਦੇ ਵਿੱਚ ਲੈਣਾ ਸੀਗਾ ਔਰ ਨਵੇਂ ਜਿਹੜੇ ਖਿਲਾਰੇ ਉੱਠ ਖੜੇ ਕਿ ਕੈਪਟਨ ਖੇਮੇ ਨੇ ਆਪਣੇ ਧੜੇ ਨਾਲ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਔਰ ਨਵਜੋਤ ਸਿੰਘ ਆਪਣੇ ਤੌਰ 'ਤੇ ਮੈਦਾਨ ਦੇ ਵਿੱਚ ਨਿੱਤਰ ਆਏ ਨੇ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿੱਥੇ 30 ਦੇ ਕਰੀਬ ਕਾਂਗਰਸੀ ਵਿਧਾਇਕਾਂ ਨਾਲ ਕੱਲ੍ਹ ਤੋਂ ਮੀਟਿੰਗਾਂ ਸ਼ੁਰੂ ਕੀਤੀਆਂ ਨੇ, ਜਿੱਥੇ ਉਹ ਸੁਨੀਲ ਜਾਖੜ ਨੂੰ ਵੀ ਮਿਲੇ ਸੀ, ਕੱਲ੍ਹ ਲਾਲ ਸਿੰਘ ਹੋਰਾਂ ਨੂੰ ਮਿਲੇ ਸੀ, ਸ਼ਮਸ਼ੇਰ ਦੂਲੋ ਔਰ ਪ੍ਰਤਾਪ ਬਾਜਵਾ ਨੂੰ ਵੀ ਮਿਲੇ ਸੀ। ਉੱਥੇ ਅੱਜ ਉਹਨਾਂ ਨੇ ਪਟਿਆਲੇ ਦੇ ਜ਼ਿਲ੍ਹੇ ਦੇ ਵਿੱਚ ਜਿਹੜੇ ਉੱਥੋਂ ਦੇ ਕਾਂਗਰਸੀ MLA ਹੈ ਉਹਨਾਂ ਦੇ ਘਰਾਂ ਦੇ ਵਿੱਚ ਵੀ ਗਏ ਨੇ ਅਤੇ ਕਾਫੀ MLA ਦੇ ਨਾਲ ਅੱਜ ਉਹਨਾਂ ਨੇ ਮੁਲਾਕਾਤ ਕੀਤੀ ਹੈ ਜੀ। ਤਾਂ ਬਾਹਰੀ ਤੌਰ 'ਤੇ ਸਾਨੂੰ ਇੱਕ ਗੱਲ ਤਾਂ ਨਜ਼ਰ ਆਉਂਦੀ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੇ ਐਲਾਨ ਤੋਂ ਪਹਿਲਾਂ ਹਾਈ ਕਮਾਨ ਕੋਲ ਇੱਕ ਪ੍ਰਭਾਵ ਦੇਣਾ ਚਾਹੁੰਦੇ ਨੇ ਕਿ ਉਹ ਗਰਾਊਂਡ ਲੈਵਲ 'ਤੇ ਮਿਹਨਤ ਕਰ ਸਕਦੇ ਨੇ ਔਰ ਉਹ ਦੱਸਣਾ ਚਾਹੁੰਦੇ ਨੇ ਕਿ ਬਹੁਤ ਸਾਰੇ ਕਾਂਗਰਸ ਦੇ ਜਿਹੜੇ ਟਕਸਾਲੀ ਆਗੂ ਨੇ ਜਾਂ ਟਕਸਾਲੀ ਜਿਹੜੇ ਜਾਂ ਆਪਾਂ ਕਹਿ ਲਈਏ ਕਿ ਕਾਂਗਰਸ ਦੇ ਵਿਧਾਇਕ ਹੈ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ। ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਜੱਦੀ ਜ਼ਿਲ੍ਹਾ ਪਟਿਆਲਾ ਹੈ ਅਤੇ ਉਹ ਨਵਜੋਤ ਸਿੰਘ ਸਿੱਧੂ ਦਾ ਵੀ ਆਪਣਾ ਜੱਦੀ ਘਰ ਉੱਥੇ ਹੈ, ਤਾਂ ਉਹ ਇਸ ਗੱਲ ਦਾ ਵੀ ਅੱਜ ਪ੍ਰਭਾਵ ਦਿੱਤਾ ਉਹਨਾਂ ਨੇ ਕਿ ਪਟਿਆਲੇ ਦੇ ਵਿੱਚੋਂ ਵੀ ਜਿਹੜੇ ਸਾਰੇ MLA ਹੈ ਉਹ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਚਟਾਨ ਵਾਂਗੂ ਖੜੇ ਨੇ, ਤਾਂ ਕਿ ਇੱਕ ਸੰਕੇਤ ਦਿੱਤਾ ਜਾਵੇ ਵਿਰੋਧੀਆਂ ਨੂੰ ਵੀ ਔਰ ਹਾਈ ਕਮਾਨ ਨੂੰ ਵੀ ਜੀ। ਨਵਜੋਤ ਸਿੰਘ ਸਿੱਧੂ ਬਾਰੇ ਜਿਹੜੇ ਲੋਕ ਗੱਲਾਂ ਕਰਦੇ ਨੇ, ਤਿੰਨ ਚਾਰ ਉਹਨਾਂ ਦੀਆਂ ਗੱਲਾਂ ਅਕਸਰ ਚਰਚਾ ਦੇ ਵਿੱਚ ਰਹਿੰਦੀਆਂ ਨੇ ਕਿਉਂਕਿ ਉਹਨਾਂ ਨੂੰ ਪਹਿਲੀ ਵਾਰ ਐਡੀ ਵੱਡੀ ਜ਼ਿੰਮੇਵਾਰੀ ਮਿਲੀ ਹੈ। ਪਹਿਲਾਂ ਉਹ MLA ਰਹੇ ਹੈਗੇ ਨੇ ਔਰ ਮਿਨਿਸਟਰ ਰਹੇ ਨੇ
ਔਰ ਐਮਪੀ ਵੀ ਰਹੇ ਨੇ, ਪਰ ਇਸ ਕਿਸਮ ਦੀ ਜ਼ਿੰਮੇਵਾਰੀ ਪਹਿਲੀ ਵਾਰ ਉਹਨਾਂ ਨੂੰ ਮਿਲਣ ਜਾ ਰਹੀ ਹੈ ਜਿਸ ਤਰ੍ਹਾਂ ਦੀਆਂ ਖਬਰਾਂ ਸਾਡੇ ਸਾਹਮਣੇ ਆਈਆਂ ਨੇ। ਅਗਰ ਇਹ ਸੱਚ ਹੁੰਦੀਆਂ ਨੇ ਤਾਂ ਉਹਨਾਂ ਦੇ ਵਿੱਚ ਇੱਕ ਤਾਂ ਇਹ ਹੈ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਕਹਿ ਦਈਏ ਕਿ ਲੀਡਰਾਂ ਦਾ ਕਾਲ ਪਿਆ ਹੋਇਆ ਹੈ ਕਿ ਪੰਜਾਬ ਹੈ ਜਿਹੜਾ ਉਹ ਨੇਤਾਹੀਨ ਮਹਿਸੂਸ ਕਰ ਰਿਹਾ ਕਿ ਉਹਨਾਂ ਨੂੰ ਕੋਈ ਐਸਾ ਚਿਹਰਾ ਨਜ਼ਰ ਨਹੀਂ ਆਉਂਦਾ। ਤਾਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਚਰਚਾ ਹੈ ਉਹ ਨਵਜੋਤ ਸਿੱਧੂ ਦੇ ਚਿਹਰੇ ਦੀ ਹੈਗੀ ਹੈ, ਕਿਉਂਕਿ ਉਹ ਸੈਲੀਬ੍ਰਿਟੀ ਨੇ, ਇਸ ਕਰਕੇ ਲੋਕਾਂ ਦੇ ਵਿੱਚ ਖਾਸ ਕਰਕੇ ਯੂਥ ਦੇ ਵਿੱਚ ਉਹਨਾਂ ਨੂੰ ਕਾਫੀ ਉਹਦੇ ਚਾਹੁਣ ਵਾਲੇ ਨੇ। ਇਸ ਤਰ੍ਹਾਂ ਹੀ ਉਹ ਚੰਗੇ ਬੁਲਾਰੇ ਨੇ, ਸਪੀਕਰ ਵੀ ਅੱਛੇ ਨੇ ਪੰਜਾਬ ਦੇ ਵਿੱਚ, ਇਸ ਤਰ੍ਹਾਂ ਧੜੱਲੇਦਾਰ ਸਪੀਕਰ ਜਿਨ੍ਹਾਂ ਗੱਲਾਂ ਕਰਕੇ ਕਦੇ ਤੁਹਾਡੇ ਚੇਤੇ ਹੋਏਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਸੰਦ ਕੀਤਾ ਜਾਂਦਾ ਸੀਗਾ, ਉਹੀ ਗੱਲਾਂ ਨਵਜੋਤ ਸਿੱਧੂ ਹੁਣ ਕਰ ਰਹੇ ਨੇ। ਇਹ ਵੀ ਇੱਕ ਕਾਰਨ ਹੈ ਕਿ ਉਹਨਾਂ ਦੀ ਵਿੱਚ ਲੋਕਾਂ ਦੇ ਵਿੱਚ ਉਹਨਾਂ ਦੀ ਜਿਹੜੀ ਮਾਨਤਾ ਹੈ ਉਹ ਦਿਨ ਬ ਦਿਨ ਬਣ ਰਹੀ ਹੈ, ਉਹਨਾਂ ਦੀ ਪਕੜ ਹੈ ਜਿਹੜੀ ਉਹ ਮਜ਼ਬੂਤ ਹੋ ਰਹੀ ਹੈ। ਇੱਕ ਲੋਕਾਂ ਦੇ ਵਿੱਚ ਉਹਨਾਂ ਦਾ ਇਮਾਨਦਾਰੀ ਵਾਲਾ ਫੇਸ ਵੀ ਬਣਿਆ ਹੋਇਆ ਹੈ। ਲੋਕ ਸਮਝਦੇ ਨੇ ਕਿ ਨਵਜੋਤ ਸਿੱਧੂ ਇਮਾਨਦਾਰ ਨੇ, ਇਹ ਉਹਨਾਂ ਦੇ ਚੰਗੇ ਪੱਖ ਨੇ। ਪਰ ਜਿਹੜਾ ਵੱਡੀ ਹੁਣ ਉਹਨੂੰ ਕੁਛ ਚੁਣੌਤੀਆਂ ਪ੍ਰਧਾਨ ਬਣਨ ਤੋਂ ਬਾਅਦ ਜੇ ਗੱਲ ਸਿਰੇ ਲੱਗਦੀ ਹੈ ਤਾਂ ਆਉਣੀਆਂ ਨੇ, ਉਹ ਲੋਕਾਂ ਦੇ ਵਿੱਚ ਉਹਨਾਂ ਦੀ ਆਉਂਦੇ ਦਿਨਾਂ ਦੇ ਵਿੱਚ ਪਰਖ ਹੋਏਗੀ, ਉਹ ਸਾਡੇ ਸਾਹਮਣੇ ਆ ਜਾਏਗਾ। ਔਰ ਜਿਹੜੀਆਂ ਉਹਨਾਂ ਦੇ ਵਿਰੋਧੀ ਜਾਂ ਉਹਨਾਂ ਦੇ ਵਿਰੋਧ ਦੇ ਵਿੱਚ ਗੱਲਾਂ ਕਹੀਆਂ ਜਾਂਦੀਆਂ ਨੇ ਜਾਂ ਉੱਪਰਲਾ ਇੱਕ ਤਬਕਾ ਲੀਡਰਸ਼ਿਪ ਦਾ ਮਹਿਸੂਸ ਕਰਦਾ ਹੈ, ਉਹ ਲੱਗਦਾ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਕਿਸੇ ਨੂੰ ਮਿਲ ਕੇ ਰਾਜੀ ਨਹੀਂ, ਉਸ ਤਰ੍ਹਾਂ ਹੀ ਨਵਜੋਤ ਸਿੱਧੂ ਦਾ ਸੁਭਾਅ ਹੈ ਕਿ ਉਹ ਵੀ ਬਹੁਤ ਘੱਟ ਲੋਕਾਂ ਨੂੰ ਮਿਲਦੇ ਨੇ, ਲੋਕਾਂ ਨੂੰ ਭਰੋਸੇ 'ਚ ਲੈ ਕੇ ਘੱਟ ਚੱਲਦੇ ਨੇ। ਜ਼ਿਆਦਾ ਉਹ ਆਪਣੀ ਪਕਾਉਂਦੇ ਨੇ, ਜ਼ਿਆਦਾ ਇਹ ਕਿਹਾ ਜਾਂਦਾ ਹੈ ਕਿ ਕਿਸੇ ਤੇ ਭਰੋਸਾ ਕਰਕੇ ਛੇਤੀ ਉਹ ਰਾਜ਼ੀ ਨਹੀਂ ਹੁੰਦੇ। ਇਹ ਉਹਨਾਂ ਦੇ ਵਿਰੋਧ ਦੇ ਵਿੱਚ ਇੱਕ ਉਹਨਾਂ ਬਾਰੇ ਇਹ ਹੈ ਕਿ ਬਹੁਤ ਜਲਦੀ ਉਹ ਕਾਲ 'ਚ ਰਹਿੰਦੇ ਨੇ, ਜਲਦੀ ਖਲਾਰਾ ਪਾ ਲੈਂਦੇ ਨੇ। ਤਾਂ ਹੁਣ ਦੇਖਣਾ ਹੋਏਗਾ ਕਿ ਇੱਕ ਜੋ ਨਵੀਂ ਜ਼ਿੰਮੇਵਾਰੀ ਉਹਨਾਂ ਨੂੰ ਭਵਿੱਖ ਦੇ ਵਿੱਚ ਮਿਲਦੀ ਹੈ ਤਾਂ ਉਹ ਕਿਸ ਕਿਸਮ ਦਾ ਰੋਲ ਪਲੇ ਕਰਦੇ ਨੇ, ਉਹ ਆਪਣੀਆਂ ਆਦਤਾਂ ਦੇ ਵਿੱਚ ਕਿੰਨਾ ਕੁ ਸੁਧਾਰ ਕਰਦੇ ਨੇ, ਜਾਂ ਉਹਨਾਂ ਦਾ ਜਿਹੜਾ ਚਿਹਰਾ ਹੈ ਉਹਦਾ ਕਾਂਗਰਸ ਪਾਰਟੀ ਨੂੰ ਕਿੰਨਾ ਕੁ ਜਿਹੜਾ ਫਾਇਦਾ ਆਉਂਦਾ ਹੈ। ਦੂਸਰੀ ਪਾਸੇ ਹੈਗੇ ਸਾਡੇ ਕੋਲ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦੇ ਬਾਰੇ ਆਪਾਂ ਅੱਜ ਮੇਨ ਗੱਲ ਕਰਨੀ ਹੈਗੀ ਹੈ ਕਿ ਉਹ ਕਿਹੜੀਆਂ ਸ਼ਰਤਾਂ ਉਹਨਾਂ ਨੇ ਆਪਣੀ ਕਾਂਗਰਸ ਹਾਈ ਕਮਾਨ ਕੋਲ ਰੱਖੀਆਂ ਨੇ ਜਿਨ੍ਹਾਂ ਦੇ ਕਰਕੇ ਇਹ ਸਾਰੀ ਗੱਲ ਹੈ ਜਿਹੜੀ ਐਲਾਨ ਹੈ ਉਹ ਰੁਕਿਆ ਹੋਇਆ। ਦੇਖੋ, ਮੋਟੇ ਤੌਰ 'ਤੇ 4 ਕੁ ਗੱਲਾਂ ਸਾਡੇ ਸਾਹਮਣੇ ਅਲੱਗ-ਅਲੱਗ ਸਰੋਤਾਂ ਤੋਂ ਆਈਆਂ ਨੇ, ਕਿਉਂਕਿ ਇਹ ਗੱਲਾਂ ਕੋਈ ਵੈਰੀਫਾਈਡ ਤਾਂ ਹੁੰਦੀਆਂ ਨਹੀਂ, ਪਰ ਸਾਨੂੰ ਜਿੰਨਾ ਕੁ ਪਤਾ ਲੱਗਿਆ ਉਸ ਤੋਂ ਇਹ ਪਹਿਲੀ ਗੱਲ ਤਾਂ ਜਨਤਕ ਕੀਤੀ ਗਈ ਹੈ, ਜਿਹੜੀ ਉਹਨਾਂ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਜੋ ਹੁਣ ਤੱਕ ਉਹਨਾਂ 'ਤੇ ਟਵੀਟ ਕੀਤੇ ਨੇ, ਉਹਨਾਂ ਨੂੰ ਲੈ ਕੇ ਟਵੀਟ ਕੀਤੇ ਨੇ, ਉਹਨਾਂ ਵੱਲ ਇਸ਼ਾਰਾ ਕਰਕੇ ਟਵੀਟ ਕੀਤੇ ਨੇ, ਉਹਨਾਂ 'ਤੇ ਮਾਫੀ ਮੰਗੀ ਜਾਵੇ। ਇਹ ਇੱਕ ਅਲੱਗ ਇਸ਼ੂ ਹੈ, ਇਹ ਜਨਤਕ ਉਹ ਪਬਲਿਕਲੀ ਕਹਿ ਚੁੱਕੇ ਨੇ। ਦੂਸਰਾ ਮਸਲਾ ਇਹ ਹੈਗਾ ਕਿ ਉਹ ਕਹਿੰਦੇ ਨੇ ਕਿ ਸਾਨੂੰ ਜਿਹੜੀ ਇਲੈਕਸ਼ਨ ਕੰਪੇਨ ਕਮੇਟੀ ਹੈ ਉਹਦਾ ਸਾਨੂੰ ਚੇਅਰਮੈਨ ਬਣਾਇਆ ਜਾਵੇ ਜਾਂ ਉਹਦਾ ਪ੍ਰਧਾਨਗੀ ਸਾਨੂੰ ਦਿੱਤੀ ਜਾਵੇ, ਕਿਉਂਕਿ ਉਹਦਾ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਇੱਕ ਬੜਾ ਵੱਡਾ ਜਿਹੜੀ ਉਸ ਦੀ ਭੂਮਿਕਾ ਰਹਿਣੀ ਹੈਗੀ ਹੈ। ਹਾਈ ਕਮਾਨ ਨੂੰ ਜਿੱਥੋਂ ਤੱਕ ਇਸ ਕਮੇਟੀ ਦਾ ਤਾਲੁਕ ਹੈਗਾ, ਮੈਨੂੰ ਨਹੀਂ ਲੱਗਦਾ ਕਿ ਕੋਈ ਇਤਰਾਜ਼ ਹੋਏਗਾ ਉਹਨਾਂ ਨੂੰ ਇਲੈਕਸ਼ਨ ਕੰਪੇਨ ਕਮੇਟੀ ਦਾ ਚੇਅਰਮੈਨ ਬਣਾਉਣ ਦੇ ਵਿੱਚ। ਮੋਟੇ ਤੌਰ 'ਤੇ ਜਿਹੜੀਆਂ 2 ਗੱਲਾਂ ਕਰਕੇ ਰੁਕਿਆ ਉਹ ਇਹ ਨੇ, ਪਹਿਲਾਂ ਉਹ ਚਾਹੁੰਦੇ ਨੇ ਅੰਦਰੋਂ ਅੰਦਰੀ, ਕਿਉਂਕਿ ਹਰੀਸ਼ ਰਾਵਤ ਉਹਨਾਂ ਨੂੰ ਮਨਾਉਣ ਵਾਸਤੇ ਚੰਡੀਗੜ੍ਹ ਆਏ ਸੀ, ਫਾਰਮ ਹਾਊਸ 'ਤੇ ਬੜੀ ਲੰਬੀ ਚੌੜੀ ਗੱਲਬਾਤ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਗੱਲਾਂ ਰੱਖੀਆਂ ਨੇ। ਉਹ ਚਾਹੁੰਦੇ ਨੇ ਕਿ ਜਿਹੜਾ ਅਗਲਾ ਸੀਐਮ ਦਾ ਚਿਹਰਾ ਹੈ ਉਹਨਾਂ ਨੂੰ ਐਲਾਨ ਕੀਤਾ ਜਾਵੇ, ਉਹਨਾਂ ਨੂੰ ਅਗਲੇ ਸੀਐਮ ਦਾ ਫੇਸ ਬਣਾਇਆ ਜਾਵੇ। ਔਰ ਇਹ 'ਤੇ ਹਾਈ ਕਮਾਨ ਨੇ ਕੋਈ ਹਾਮੀ ਹੈ ਜਿਹੜੀ ਅਜੇ ਤੱਕ ਨਹੀਂ ਭਰੀ, ਅਤੇ ਮੈਨੂੰ ਲੱਗਦਾ ਕਿ ਜਿਸ ਕਿਸਮ ਦਾ ਕਾਂਗਰਸ ਦਾ ਕਲਚਰ ਹੈ ਉਹ ਸ਼ਾਇਦ ਹਾਮੀ ਹਾਲੇ ਨਹੀਂ ਵੀ ਭਰੇਗੀ, ਕਿਉਂਕਿ ਉਹ ਨਹੀਂ ਚਾਹੇਗੀ ਕਿ ਨਵਜੋਤ ਸਿੱਧੂ ਨੂੰ ਪ੍ਰਧਾਨ ਵੀ ਬਣਾ ਦਿੱਤਾ ਜਾਵੇ ਅਤੇ ਉਹਨੂੰ ਇਸ ਗੱਲ ਕਰਕੇ ਨਾਰਾਜ਼ ਵੀ ਕਰ ਲਿਆਵੇ ਦੂਸਰੇ ਖੇਮੇ ਨੂੰ, ਅਤੇ ਉਹ ਬੈਲੈਂਸ ਬਣਾ ਕੇ ਚੱਲੇਗੀ। ਤਾਂ ਇੱਕ ਤਾਂ ਇਹ ਗੱਲ ਹੈ ਕਿ ਉਹ ਸੀਐਮ ਦਾ ਕੈਂਡੀਡੇਟ ਹੈ, ਉਹ ਚਾਹੁੰਦਾ ਹੈ ਕੈਪਟਨ ਅਮਰਿੰਦਰ ਸਿੰਘ ਹੋਰੀ ਕਿ ਉਹਨਾਂ ਨੂੰ ਐਲਾਨ ਦਿੱਤਾ ਜਾਵੇ, ਪਰ ਹਾਈ ਕਮਾਨ ਨੇ ਇਸ ਗੱਲ ਨੂੰ ਰੋਕਿਆ ਹੋਇਆ, ਇਹ ਮੰਗ ਉਹਨਾਂ ਦੀ ਹਜੇ ਮੰਨੀ ਨਹੀਂ ਗਈ। ਦੂਸਰਾ ਹੈ ਕਿ ਵਜ਼ਾਰਤੀ ਫੇਰ ਬਦਲ ਦਾ ਮਸਲਾ ਹੈਗਾ। ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਨੇ ਕਿ ਉਹਨਾਂ ਨੂੰ ਫ੍ਰੀ ਹੈਂਡ ਦਿੱਤਾ ਜਾਵੇ, ਉਹਨਾਂ ਨੂੰ ਓਪਨ ਹੈਂਡ ਦਿੱਤਾ ਜਾਵੇ ਕਿ ਉਹ ਆਪਣੀ ਮਰਜ਼ੀ ਦੇ ਜਿਹੜੇ ਲੋਕਾਂ ਨੂੰ ਬਾਜ਼ਾਰ 'ਚ ਲੈ ਸਕਣ, ਫੇਰ ਬਦਲ ਕਰ ਸਕਣ, ਜਿਨ੍ਹਾਂ ਨੂੰ ਚਾਹੁਣ ਉਹਨਾਂ ਦੀ ਛਾਂਟੀ ਕਰ ਸਕਣ। ਇਹਦੇ ਵਿੱਚ ਪਤਾ ਜਿੱਥੋਂ ਤੱਕ ਸਾਨੂੰ ਸਰੋਤਾਂ ਤੋਂ ਪਤਾ ਲੱਗਿਆ ਇਹ ਹੈਗਾ ਕਿ ਹਾਈ ਕਮਾਨ ਇੰਨੀ ਕੁ ਤਾਂ ਇੱਛੁਕ ਹੈ ਕਿ ਠੀਕ ਹੈ ਤੁਸੀਂ ਆਪਣੇ 2-3 ਜਿਹੜੇ 1-2 ਹੈਗੇ ਨੇ ਉਹਨਾਂ ਨੂੰ ਪਾ ਸਕਦੇ ਆ, ਪਰ ਉਹ ਫ੍ਰੀ ਹੈਂਡ ਦੇਣ ਦੇ ਉਹਨਾਂ ਦੀ ਧਾਰਨਾ ਨਾਲ ਸਹਿਮਤ ਨਹੀਂ ਹੈਗੇ ਨੇ। ਤਾਂ ਇਹ 2 ਗੱਲਾਂ ਮੇਨ ਮੁੱਖ ਤੌਰ 'ਤੇ ਅੜੀਆਂ ਹੋਈਆਂ ਜਿਸ ਕਰਕੇ ਐਲਾਨ ਜਿਹੜਾ ਉਹ 'ਚ ਦੇਰੀ ਹੋ ਰਹੀ ਹੈ। ਤਾਂ ਇਸੇ ਦੌਰਾਨ ਕੀ ਹੈ ਕਿ ਸਾਡੇ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨੇ ਸੁਨੀਲ ਜਾਖੜ ਜੀ ਨੇ ਜਿਹੜੇ ਹੈਗੇ ਨੇ, ਤਾਂ ਉਹਨਾਂ ਨੇ ਵੀ ਜਿਹੜਾ 19 ਜੁਲਾਈ ਨੂੰ ਮਤਲਬ ਕੱਲ੍ਹ ਨੂੰ ਸਾਰੇ ਕਾਂਗਰਸੀ ਵਿਧਾਇਕਾਂ ਦੀ ਔਰ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਬੁਲਾ ਲਈ ਹੈਗੀ ਹੈ। ਤਾਂ ਉਹਨਾਂ ਨੇ ਵੀ ਮੀਟਿੰਗ ਦੇ ਵਿੱਚ ਮੈਨੂੰ ਲੱਗਦਾ ਕਿ ਮੀਟਿੰਗ ਜੇ ਸਫਲ ਰਹੀ ਤਾਂ ਇਹ ਜਿਹੜਾ ਕੱਲ੍ਹ ਜਾਂ ਪਰਸੋਂ ਤੱਕ
ਨਵੀਂ ਪ੍ਰਧਾਨਗੀ ਦਾ ਐਲਾਨ ਹੋ ਜਾਏਗਾ, ਕਿਉਂਕਿ ਇਹ ਮੀਟਿੰਗ ਦੇ ਵਿੱਚ ਡਿਸਾਈਡ ਹੋਣਾ ਹੈ। ਕਿਉਂਕਿ ਹੁਣ ਤਾਂ ਇਹ ਚੱਲ ਰਿਹਾ ਕਿ ਇਹ ਆਦਮੀ ਹੈ, ਇਹ MLA ਹੈ, ਇਹ MP ਹੈ, ਕੈਪਟਨ ਅਮਰਿੰਦਰ ਸਿੰਘ ਨਾਲ ਖੜਾ ਹੈ ਜੀ। ਬ੍ਰੇਕਫਾਸਟ ਕਿਸੇ ਨਾਲ ਕਰਦੇ ਆ, ਲੰਚ ਕਿਸੇ ਨਾਲ ਕਰਦੇ ਆ, ਡਿਨਰ ਕਿਸੇ ਨਾਲ ਕਰਦੇ ਨੇ, ਪਤਾ ਨਹੀਂ ਲੱਗ ਰਿਹਾ ਕਿ ਭੰਬਲ ਭੂਸਾ ਬਣਿਆ ਹੋਇਆ ਹੈਗਾ। ਤਾਂ ਇਹ ਭੰਬਲ ਭੂਸਾ ਸਥਿਤੀ ਹੈ ਜਿਹੜੀ ਕੱਲ੍ਹ ਨੂੰ ਸਾਫ਼ ਹੋ ਜਾਏ, ਕਾਫੀ ਹੱਦ ਤੱਕ ਕੱਲ੍ਹ ਦੀ ਮੀਟਿੰਗ ਦੇ ਵਿੱਚ ਨਿਤਾਰਾ ਹੋ ਜਾਏਗਾ। ਇੱਕ ਤਰ੍ਹਾਂ ਨਾਲ ਆਪਾਂ ਇਹ ਕਹਿ ਲਈਏ ਕਿ ਸੁਨੀਲ ਜਾਖੜ ਹੋਰਾਂ ਨੇ ਨਵਜੋਤ ਸਿੱਧੂ ਦੀ ਹਮਾਇਤ ਦੇ ਵਿੱਚ ਇਹ ਮੀਟਿੰਗ ਹੈ ਜਿਹੜੀ ਕਾਲ ਕੀਤੀ ਹੈ, ਪਰ ਬਾਕੀ ਤਾਂ ਕੱਲ੍ਹ ਨੂੰ ਪਤਾ ਲੱਗੇਗਾ ਕਿ ਕਿੰਨੇ ਕੁ MLA ਦੇ ਵਿੱਚ ਸ਼ਾਮਲ ਹੁੰਦੇ ਨੇ। ਮੋਟੇ ਤੌਰ 'ਤੇ ਇੱਕੋ ਏਜੰਡਾ ਇਹਦੇ ਵਿੱਚ ਰੱਖਿਆ ਜਾਣਾ ਹੈ ਕਿ ਜੋ ਹਾਈ ਕਮਾਨ ਦਾ ਫੈਸਲਾ ਹੋਏਗਾ ਕਿ ਉਹ ਸਭ ਨੂੰ ਪ੍ਰਵਾਨ ਹੋਏਗਾ, ਉਹ ਲਿਖਤੀ ਤੌਰ 'ਤੇ ਹੋਏਗਾ। ਇਹਦੇ ਨਾਲ ਇੱਕ ਤਾਂ ਬੜੀ ਸਾਫ਼ ਗੱਲ ਹੋਏਗੀ, ਪਤਾ ਲੱਗ ਜਾਏਗਾ ਕਿ ਕੌਣ ਵਿਧਾਇਕ ਕਿਹਦੇ ਨਾਲ ਖੜਾ ਹੈਗਾ। ਅਗਰ ਕੱਲ੍ਹ ਨੂੰ ਸਾਰੇ ਮੈਜੋਰਟੀ ਵਿਧਾਇਕ ਹੈ ਇਹ ਗੱਲ ਦੀ ਸਹਿਮਤੀ ਦੇ ਦਿੰਦੇ ਹੈ ਤਾਂ ਹਾਈ ਕਮਾਨ ਦੀਆਂ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਜਾਂ ਦਿੱਕਤਾਂ ਨੇ ਉਹ ਦੂਰ ਹੋ ਜਾਣੀਆਂ ਨੇ, ਇੱਕ ਹੌਸਲਾ ਮਿਲ ਜਾਣਾ ਹੈ। ਪੰਜਾਬ ਕਾਂਗਰਸ ਚਾਹੁੰਦੀ ਵੀ ਇਹ ਹੈ ਕਿ ਹਾਲ ਦੀ ਘੜੀ ਅਸੀਂ ਕਾਂਗਰਸ ਨੂੰ ਜਿਹੜੇ ਹਾਈ ਕਮਾਨ ਨੂੰ ਕੁਛ ਤੌਖਲੇ ਬਣੇ ਹੋਏ ਨੇ, ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਇਹ ਫੈਸਲਾ ਲਿਆ ਤਾਂ ਅਮਰਿੰਦਰ ਖੇਮਾ ਇਸ ਤਰ੍ਹਾਂ ਦਾ ਸਟੈਪ ਚੁੱਕ ਸਕਦਾ ਹੈ, ਇਹ ਇਸ ਤਰ੍ਹਾਂ ਦਾ ਫੈਸਲਾ ਲਿਆ ਤਾਂ ਜਿਹੜੇ ਵਜ਼ੀਰ ਹੈ ਉਹ ਰਿਜ਼ਾਈਨ ਕਰ ਸਕਦੇ ਨੇ। ਇਹਨਾਂ ਤੌਖਲਿਆਂ ਨੂੰ ਦੂਰ ਕਰਨ ਦੇ ਲਈ ਕੱਲ੍ਹ ਦੀ ਮੀਟਿੰਗ ਹੈ ਜਿਹੜੀ ਉਹ ਸੁਨੀਲ ਜਾਖੜ ਉਹਨਾਂ ਨੇ ਬੁਲਾਈ ਹੈ, ਜਿਹਦੇ ਵਿੱਚ ਸਾਨੂੰ ਸਾਫ਼ ਹੋ ਜਾਏਗਾ। ਇੱਕ ਇਹਦੇ ਵਿੱਚ ਅਗਲਾ ਇੱਕ ਨੁਕਤਾ ਆ ਰਿਹਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਕਿ ਜਿਸ ਤਰ੍ਹਾਂ ਉਹ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਨੇ, ਉਹਨਾਂ ਨੇ ਅੱਜ ਮੀਟਿੰਗ ਕੀਤੀ ਹੈ, ਤਾਂ ਇਹ ਹਰ ਕੋਈ ਧੜਾ ਜਿਹੜਾ ਆਪੋ ਆਪਣਾ ਦਾ ਪੇਚ ਲੜਾ ਰਿਹਾ ਹੈਗਾ। ਤਾਂ ਬਾਜਵਾ ਸਾਹਿਬ ਨੂੰ ਵੀ ਲੱਗਦਾ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਅੱਗੇ ਆਉਂਦੇ ਨੇ ਤਾਂ ਉਹਨਾਂ ਦਾ ਜਿਹੜਾ ਹੱਕ ਹੈ ਅੱਗੇ ਵਧਣ ਦੀ ਜਿਹੜੇ ਮੌਕੇ ਹੈ, ਰਸਤੇ ਹੈ, ਉਹ ਬੰਦ ਹੁੰਦੇ ਨੇ। ਤਾਂ ਮੈਨੂੰ ਪਤਾ ਲੱਗਿਆ ਉਹ ਵੀ ਚਾਹੁੰਦੇ ਨੇ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਜਿਹੜੇ ਡਿਪਟੀ CM ਵਾਲੀ ਐਡਜਸਟਮੈਂਟ ਕਰ ਦਿੱਤੀ ਜਾਵੇ, ਔਰ ਹਾਈ ਕਮਾਨ ਇਸ ਗੱਲ ਦੀ ਕਿਤੇ ਨਾ ਕਿਤੇ ਚਾਹੁੰਦੀ ਹੈ ਕਿ ਇਸ ਧੜੇ ਨੂੰ ਵੀ ਐਡਜਸਟ ਕੀਤਾ ਜਾਵੇ। ਹਾਈ ਕਮਾਨ ਦਾ ਜਿਸ ਕਿਸਮ ਦਾ ਹੁਣ ਤੱਕ ਰੁਖ ਰਿਹਾ ਹੈ, ਜਿਹੜਾ ਬੈਲੈਂਸ ਆਫ ਪਾਵਰ ਦਾ ਪ੍ਰਿੰਸੀਪਲ ਆ ਉਹ ਹਮੇਸ਼ਾ ਹੀ ਕਾਂਗਰਸ ਹਾਈ ਕਮਾਨ ਨੇ ਮੰਨਿਆ ਹੈਗਾ। ਹਮੇਸ਼ਾ ਹੀ ਕਾਂਗਰਸ ਹਾਈ ਕਮਾਨ ਦਾ ਇੱਕ ਕਲਚਰ ਵੀ ਰਿਹਾ ਹੈ ਕਿ ਉਹ ਸਟੇਟਾਂ ਦੇ ਵਿੱਚ ਇੱਕ ਨਹੀਂ ਬਲਕਿ ਦੋ ਧੜੇ ਜਿਹੜੇ ਹੈਗੇ ਆ ਉਹ ਖੜੇ ਕਰਕੇ ਰੱਖਦੀ ਹੈ। ਪੰਜਾਬ ਦੇ ਵਿੱਚ ਤੁਹਾਡੇ ਚੇਤੇ ਹੋਏਗਾ ਜਦੋਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ, ਸ਼ਮਸ਼ੇਰ ਦੂਲੋ ਹੋਰਾਂ ਨੂੰ MP ਬਣਾਇਆ, ਉਦੋਂ ਵੀ ਤਾਂ ਇਹਨਾਂ ਦੀ ਜਿਹੜੀ ਮੁੱਖ ਮੰਤਰੀ ਦੀ ਇੱਛਾ ਦੇ ਉਲਟੀ ਬਣਾਏ ਗਏ ਸੀਗੇ। ਤਾਂ ਉਹ ਇਸ ਤਰ੍ਹਾਂ ਬੈਲੈਂਸ ਕਰਕੇ ਰੱਖਦੇ ਪਾਵਰ ਦਾ, ਤਾਂ ਕਿ ਲੋੜ ਪੈਣ 'ਤੇ ਕਿ ਦੋਨੇ ਧੜੇ ਉਹਨਾਂ ਕੋਲ ਜਿਹੜੇ ਹਾਜ਼ਰੀ ਹੈ ਜਾਂ ਜੀ ਹਜ਼ੂਰੀ ਉਹਨਾਂ ਦੀ ਕਰਦੇ ਰਹਿਣ, ਉਹਨਾਂ ਦੇ ਜਿਹੜਾ ਹੱਥ ਦੇ ਵਿੱਚ ਕਮਾਨ ਪੂਰੀ ਜਿਹੜੀ ਬਣੀ ਰਹੇ। ਤਾਂ ਇੱਕ ਕਾਂਗਰਸ ਦਾ ਇਹ ਵੀ ਪਿਛਲੇ ਟਾਈਮ 'ਚ ਇਤਿਹਾਸ ਰਿਹਾ ਹੈਗਾ ਕਿ ਜਿੰਨੇ ਵੀ ਕਾਂਗਰਸ ਦੇ ਵਿੱਚੋਂ ਬਾਗੀ ਹੋਏ ਨੇ ਉਹ ਤਕਰੀਬਨ ਮੁੱਖ ਮੰਤਰੀ ਬਣਦੇ ਰਹੇ ਨੇ। ਹੁਣ ਆਪਾਂ ਇਹ ਤਾਂ ਨਹੀਂ ਕਹਿੰਦੇ ਕਿ ਕੱਲ੍ਹ ਨੂੰ ਜੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕਾਂਗਰਸ ਦਾ ਪ੍ਰਧਾਨ ਲਾਇਆ ਜਾਂਦਾ ਹੈ ਕਿ ਜ਼ਰੂਰੀ ਨਹੀਂ ਉਹ ਮੁੱਖ ਮੰਤਰੀ ਬਣਨਗੇ, ਕਿਉਂਕਿ ਸਾਡੇ ਕੋਲ ਰਾਜਸਥਾਨ ਦੀ ਐਗਜ਼ਾਮਪਲ ਹੈ, ਸਚਿਨ ਪਾਇਲਟ ਉੱਥੇ ਪ੍ਰਧਾਨ ਸੀ ਪਰ ਅਸ਼ੋਕ ਗਹਿਲੋਤ ਉੱਥੇ ਬਣਾਏ ਗਏ ਨੇ। ਤਾਂ ਪੁਰਾਣਾ ਦੇਖੀਏ ਤਾਂ ਜਦੋਂ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸੀ ਤਾਂ ਉਦੋਂ ਗਿਆਨੀ ਜੈਲ ਸਿੰਘ ਵਿਰੋਧੀ ਸੁਰ ਰੱਖਦੇ ਸੀ, ਰਾਮ ਕ੍ਰਿਸ਼ਨ ਬਾਸ ਥੋੜ੍ਹੇ ਟਾਈਮ ਲਈ ਮੁੱਖ ਮੰਤਰੀ ਬਣੇ, ਉਹ ਵਿਰੋਧੀ ਸੁਰ ਰੱਖਦੇ ਸੀ। ਇਸ ਤਰ੍ਹਾਂ ਜਦੋਂ ਗਿਆਨੀ ਜੈਲ ਸਿੰਘ ਸੀ ਤਾਂ ਉਹਨਾਂ ਨਾਲ ਜਿਹੜੀ ਸੁਰ ਨਹੀਂ ਸੀ ਮਿਲਦੀ ਦਰਬਾਰਾ ਸਿੰਘ ਦੀ, ਬਾਅਦ 'ਚੋਂ ਮੁੱਖ ਮੰਤਰੀ ਬਣੇ ਨੇ। ਇਸੇ ਤਰ੍ਹਾਂ ਹੀ ਦਰਬਾਰਾ ਸਿੰਘ ਨਾਲ ਜਿਹੜੀ ਵਿਰੋਧ ਖੜਾ ਸੀਗਾ ਸਰਦਾਰ ਬੇਅੰਤ ਸਿੰਘ ਹੋਰਾਂ ਦਾ, ਜਿਹੜੇ ਬਾਅਦ ਚੀਫ ਮਿਨਿਸਟਰ ਬਣੇ ਨੇ। ਜਦੋਂ ਬੇਅੰਤ ਸਿੰਘ ਦੀ ਵਜ਼ਾਰਤ ਸੀ ਉਦੋਂ ਵਿਰੋਧ ਸੀ ਹਰਚਰਨ ਬਰਾੜ ਦਾ, ਬਾਅਦ 'ਚ ਹਰਚਰਨ ਬਰਾੜ CM ਬਣੇ ਨੇ। ਹਰਚਰਨ ਬਰਾੜ ਦੀ ਵਜ਼ਾਰਤ ਦੇ ਵਿੱਚ ਬੀਬੀ ਰਜਿੰਦਰ ਕੌਰ ਭੱਠਲ ਵਿਰੋਧ 'ਚ ਖੜੇ ਸੀ, ਉਹ ਬਾਅਦ 'ਚ ਮੁੱਖ ਮੰਤਰੀ ਬਣੇ ਨੇ। ਸੋ ਇਸ ਤਰ੍ਹਾਂ ਤਰਤੀਬ ਹੈ ਜਿਹੜੀ ਚਲਦੀ ਆਈ ਹੈਗੀ ਹੈ, ਉਹ ਕਾਂਗਰਸ ਦੀ ਇੱਕ ਨੀਤੀ ਵੀ ਰਹੀ ਹੈ। ਤਾਂ ਆਉਣ ਵਾਲੇ ਦਿਨਾਂ 'ਚ ਸਾਡੇ ਕੋਲ ਸਾਫ਼ ਹੋ ਜਾਏਗਾ ਕਿ ਕੌਣ ਕਿਹਦੇ ਨਾਲ ਖੜਦਾ ਹੈਗਾ। ਔਰ ਨਵਜੋਤ ਸਿੱਧੂ ਹੈ, ਜਿਸ ਤਰ੍ਹਾਂ CM ਨੇ ਹੁਣ ਇੱਕ ਮੰਗ ਰੱਖੀ ਹੈ ਕਿ ਉਹ ਆਪਣੀ ਟਵੀਟਾਂ ਦੀ ਜਨਤਕ ਤੌਰ 'ਤੇ ਮਾਫੀ ਮੰਗਣ, ਤਾਂ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿ ਉਹ ਮਾਫੀ ਮੰਗਦੇ ਨੇ ਜਾਂ ਨਹੀਂ ਮੰਨਦੇ। ਤਾਂ ਅੱਜ ਹੀ ਤ੍ਰਿਪਤ ਰਜਿੰਦਰ ਬਾਜਵਾ ਜਿਹੜੇ ਸਾਡੇ ਮਿਨਿਸਟਰ ਨੇ ਰੂਰਲ ਡਿਵੈਲਪਮੈਂਟ ਦੇ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਟਵੀਟਾਂ ਨੂੰ ਲੈ ਕੇ। ਉਹ ਕਹਿੰਦੇ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੀਆਂ ਚਿੱਠੀਆਂ ਲਿਖੀਆਂ ਸੀ ਉਹਨਾਂ ਦੇ ਖਿਲਾਫ, ਜੇ ਉਹਨਾਂ ਨੂੰ ਭੁਲਾ ਸਕਦੇ ਨੇ ਤਾਂ ਉਹਨਾਂ ਨੂੰ ਚਾਹੀਦਾ ਕਿ ਜਿਹੜੇ ਟਵੀਟ ਕੀਤੇ ਹੈ ਇਹਨਾਂ ਨੂੰ ਵੀ ਭੁਲਾ ਦਿੱਤਾ ਜਾਵੇ। ਜੀ ਚਰਨਜੀਤ ਜੀ, ਪੰਜਾਬ ਕਾਂਗਰਸ ਪ੍ਰਧਾਨ ਦੇ ਐਲਾਨ ਤੋਂ ਪਹਿਲਾਂ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਕਈ ਤਰ੍ਹਾਂ ਦੇ ਤੌਖਲੇ ਜਿਹੜੇ ਉੱਠ ਰਹੇ ਨੇ, ਜਿਨ੍ਹਾਂ 'ਚ ਮੁੱਖ ਤੌਰ 'ਤੇ ਦੇਖਿਆ ਜਾ ਰਿਹਾ ਇਹੀ ਗੱਲ ਸਾਹਮਣੇ ਆ ਰਹੀ ਹੈ ਵੀ ਕਿ ਚਾਹੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਧੜੇ ਵੱਲੋਂ ਹੋਵੇ ਜਾਂ ਇਹ ਨਵਜੋਤ ਸਿੱਧੂ ਵੱਲੋਂ ਕਈ ਤਰ੍ਹਾਂ ਦੇ ਮੁੱਦੇ ਜਿਹੜੇ ਹੈਗੇ ਚੁੱਕੇ ਗਏ ਨੇ। ਕੀ ਉਹ ਜੇ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਤਾਂ ਉਹ ਮੁੱਦੇ ਸਾਰੇ ਖਤਮ ਹੋ ਜਾਣਗੇ? ਦੇਖੋ, ਲੋਕਾਂ ਦਾ ਜਿਹੜਾ ਪੰਜਾਬ ਦੇ ਲੋਕਾਂ ਦਾ ਕੰਸਰਨ ਹੈ ਉਹ ਮੁੱਦਿਆਂ ਤੱਕ ਹੈ, ਇਸ਼ੂ ਤੱਕ ਹੈ ਕਿ ਜੋ ਕਾਂਗਰਸ ਨੇ ਵਾਅਦੇ ਕੀਤੇ, ਜੋ ਪਿਛਲੇ ਟਾਈਮ 'ਚ ਬਾਗੀ ਧੜੇ ਨੇ ਇਸ਼ੂ ਹਾਈ ਕਮਾਨ ਕੋਲ ਰੱਖੇ, ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤੇ, ਜੋ ਇਸ਼ੂ ਹਾਈਲਾਈਟ ਕੀਤੇ, ਕੀ ਉਹ ਆਉਣ ਵਾਲੇ ਟਾਈਮ ਦੇ ਵਿੱਚ ਜਿੰਨਾ ਟਾਈਮ ਪਿਆ ਸਰਕਾਰ ਕੋਲ ਪਿਛਲੇ 7 ਮਹੀਨਿਆਂ ਦਾ, ਕੀ ਉਹ ਪੂਰੇ ਹੋਣਗੇ?
ਕਾਂਗਰਸ ਦੀ ਕੁਰਸੀ ਕਿਹਦੇ ਕੋਲ ਆਉਂਦੀ ਹੈ, ਕਿਉਂਕਿ ਪ੍ਰਧਾਨ ਤਾਂ ਪਹਿਲਾਂ ਹੀ ਬਦਲਦੇ ਰਹੇ ਨੇ। ਬਿਲਕੁਲ ਲੋਕਾਂ ਨੇ ਇਹ ਦੇਖਣਾ ਕਿ ਉਹਨਾਂ ਦੇ ਜੀਵਨ ਪੱਧਰ 'ਚ ਕਿੰਨਾ ਕੁ ਸੁਧਾਰ ਹੁੰਦਾ ਹੈ, ਉਹਨਾਂ ਦੀ ਜ਼ਿੰਦਗੀ 'ਚ ਕਿਸ ਕਿਸਮ ਦੇ ਬਦਲਾਅ ਆਉਂਦੇ ਹੈ, ਪੰਜਾਬ ਦੀ ਜਿਹੜੀ ਤਕਦੀਰ ਬਦਲਦੀ ਹੈ ਜਾਂ ਨਹੀਂ, ਪੰਜਾਬ ਦੇ ਭਾਗ ਜਾਗਣਗੇ ਜਾਂ ਨਹੀਂ। ਲੋਕਾਂ ਦੀ ਕੰਸਰਨ ਤਾਂ ਇਹ ਨਹੀਂ। ਜੀ ਲੋਕਾਂ ਨੂੰ ਕਿਸੇ ਨੂੰ ਕੋਈ ਇਹ ਨਹੀਂ ਕਿ ਕੁਰਸੀ ਤੇ ਕੌਣ ਬੈਠਾ ਹੈ। ਲੋਕਾਂ ਨੂੰ ਇਹ ਕਿ ਉਹਨਾਂ ਦੇ ਮਸਲੇ ਜਿਹੜੇ ਨਜਿੱਠੇ ਜਾਣੇ ਚਾਹੀਦੇ ਆ, ਉਹਨਾਂ ਨੇ ਚੋਣਾਂ ਮੌਕੇ ਜਿਹੜੇ ਵਾਅਦੇ ਕੀਤੇ ਜਾਂਦੇ ਆ ਉਹ ਫੁੱਲਫਿਲ ਹੋਣੇ ਚਾਹੀਦੇ ਨੇ। ਬਿਲਕੁਲ ਤਾਂ ਇਹ ਮੇਨ ਹੋਏਗਾ। ਤਾਂ ਕਾਂਗਰਸ ਲਈ ਤਾਂ ਨੈਚੁਰਲੀ ਹੈਗਾ ਕਿ ਇਸ਼ੂ ਹੈ ਜਿਹੜੇ ਜਿਵੇਂ ਹਾਈ ਕਮਾਨ ਨੇ ਵੀ ਇਹਨਾਂ ਨੂੰ 18 ਨੁਕਾਤੀ ਪ੍ਰੋਗਰਾਮ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਦੇ ਕੇ ਭੇਜਿਆ ਸੀ, ਤਾਂ ਇਹਨਾਂ ਨੂੰ ਪੂਰੇ ਕਰਨੇ ਪੈਣਗੇ। ਖਾਸ ਕਰਕੇ ਜਿਸ ਤਰ੍ਹਾਂ ਬੇਅਦਬੀ ਦੇ ਇਸ਼ੂ ਨੂੰ ਲੈ ਕੇ ਹੁਣ ਥੋੜ੍ਹੀ ਰਫ਼ਤਾਰ ਫੜੀ ਆ ਨਵੀਂ ਸਿੱਟ ਨੇ, ਉਦੋਂ ਲੱਗਦਾ ਹੈ ਕਿ ਉਹ ਮਸਲਾ ਕਿਸੇ ਨਾ ਕਿਸੇ ਤਨ ਪੱਤਨ ਹੈ ਜਿਹੜਾ ਲਾਉਣਾ ਪਏਗਾ, ਕਿਉਂਕਿ ਨਵਜੋਤ ਸਿੱਧੂ ਲਈ ਵੀ ਇਹ ਵੱਡੀ ਇੱਕ ਚੁਣੌਤੀ ਹੋਏਗੀ। ਕਿਉਂਕਿ ਜੇ ਉਹ ਇਕੱਲੀ ਕੁਰਸੀ ਲੈ ਕੇ ਚੁੱਪ ਕਰਕੇ ਬੈਠ ਜਾਂਦੇ ਨੇ ਤਾਂ ਲੋਕ ਇਸ 'ਤੇ ਵੀ ਜਿਹੜੀ ਉਂਗਲ ਉਠਾਉਣਗੇ ਔਰ ਸਵਾਲ ਕਰਨਗੇ ਨਵਜੋਤ ਸਿੱਧੂ ਨੂੰ। ਜੇ ਉਹ ਪ੍ਰਧਾਨ ਬਣਦੇ ਨੇ ਤਾਂ ਉਹਨਾਂ ਲਈ ਵੀ ਲੋਕਾਂ 'ਚ ਜਾਣ ਤੋਂ ਪਹਿਲਾਂ ਜ਼ਰੂਰੀ ਹੋਏਗਾ ਕਿ ਜਿਹੜੇ ਮੁੱਦੇ ਉਠਾਉਂਦੇ ਰਹੇ ਨੇ ਕੀ ਉਹਨਾਂ ਨੂੰ ਹੱਲ ਕਰਕੇ ਜਾਣਗੇ ਜਾਂ ਉਹਨਾਂ ਨੂੰ ਉਹ ਵਿੱਚੇ ਲਟਕਦੇ ਰਹਿਣਗੇ। ਤਾਂ ਕਾਂਗਰਸ ਨੂੰ ਫਾਇਦਾ ਤਾਂ ਹੋਏ ਨਾ ਹੋਏਗਾ, ਇਕੱਲਾ ਚਿਹਰਾ ਨਹੀਂ ਕਾਫੀ ਹੈਗਾ, ਲੋਕਾਂ ਦੇ ਮਸਲੇ ਅਹਿਮ ਨੇ, ਉਹਨਾਂ ਨੂੰ ਨਜਿੱਠਿਆ ਜਾਣਾ ਜ਼ਰੂਰੀ ਹੈਗਾ। ਇਸ ਤਰ੍ਹਾਂ ਮਾਫੀਆ ਰਾਜ ਦੀ ਹੈ, ਉਹ ਮਾਫੀਆ ਕਿੰਨਾ ਕੁ ਖਤਮ ਹੁੰਦਾ ਹੈ। ਵੱਡੇ ਮਸਲੇ ਜਿਵੇਂ ਮਹਿੰਗੀ ਬਿਜਲੀ ਦੀ ਆਪਾਂ ਗੱਲ ਕਰਦੇ ਰਹੇ ਹਾਂ ਕਿ ਉਹ ਦੇਖਿਆ ਜਾਏਗਾ ਕਿ ਜਿਹੜੀ ਬਿਜਲੀ ਖਰੀਦ ਸਮਝੌਤੇ ਹੈ ਕੀ ਸਰਕਾਰ ਰੱਦ ਕਰੇਗੀ। ਹੋ ਸਕਦਾ ਜਿੰਨਾ ਕੁ ਪਤਾ ਲੱਗਿਆ ਕਿ ਅਗਲੇ ਜਿਹੜੀ ਗਰਮੀ ਲੰਘ ਜਾਣ ਦਿਓ ਕਿ ਬਿਜਲੀ ਸਮਝੌਤਿਆਂ 'ਤੇ ਵਿਚਾਰ ਚੱਲ ਰਹੀ ਹੈ ਕਿ ਹੋ ਸਕਦਾ ਹੈ ਸਰਕਾਰ ਇੱਕਾ ਦੁੱਕਾ ਜਿਹੜੇ ਸਮਝੌਤੇ ਤੇ ਉਹਨੂੰ ਰਿਵਿਊ ਕਰਕੇ ਕੋਈ ਫੈਸਲਾ ਲੈ ਲਵੇ ਤਾਂ ਕਿ ਲੋਕਾਂ 'ਚ ਜਾਣ ਜੋਗੀ ਹੋ ਜਾਵੇ। ਤਾਂ ਇਸ ਕਿਸਮ ਦੇ ਫੈਸਲੇ ਲੈਣੇ ਪੈਣੇ ਨੇ, ਇਹ ਮਜਬੂਰੀ ਬਣ ਗਈ ਹੈ। ਤਾਂ ਇੱਕ ਲੋਕਾਂ ਦੇ ਵਿੱਚ ਇਹ ਵੀ ਗੱਲ ਹੈਗੀ ਹੈ ਕਿ ਜਿਹੜੀ ਜੇ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਦੇ ਨੇ ਤਾਂ ਇਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਨਾਲ ਜਿਹੜੀ ਉਹਨਾਂ ਦੀ ਖਿੱਚੋਤਾਣ ਬਣੀ ਹੋਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਮਿਲ ਕੇ ਚੱਲਣਗੇ ਜਾਂ ਨਵਜੋਤ ਸਿੱਧੂ ਉਹਨਾਂ ਨਾਲ ਮਿਲ ਕੇ ਚੱਲਣਗੇ। ਦੇਖੋ ਮੋਟੇ ਤੌਰ 'ਤੇ ਇਹ ਹੈ ਕਿ ਇਹਨਾਂ ਦੀ ਖਿੱਚੋਤਾਣ ਤਾਂ ਇਸ ਤਰ੍ਹਾਂ ਬਣੀ ਰਹੇਗੀ, ਜਾਰੀ ਰਹੇਗੀ। ਹੁਣ ਦੇਖਣਾ ਹੈ ਕਿ ਪਬਲਿਕ ਫੇਸ 'ਤੇ ਕੌਣ ਬਣਦਾ ਹੈਗਾ, ਲੋਕਾਂ ਦੇ ਵਿੱਚ ਪੈਂਠ ਕਿਸ ਦੀ ਜ਼ਿਆਦਾ ਬਣਦੀ ਹੈ, ਉਸ ਤਾਕਤ ਦੀ ਬਦੌਲਤ ਹੀ ਜਿਹੜਾ ਅੱਗੇ ਚੱਲਣਾ ਹੈਗਾ। ਹੁਣ ਜਿਹੜੀ ਨਵਜੋਤ ਸਿੱਧੂ ਨੂੰ ਦੀ ਫੀਡਬੈਕ ਇਹਨਾਂ ਦੀ ਕਾਂਗਰਸ ਪਾਰਟੀ ਨੂੰ ਉੱਪਰ ਮਿਲੀ ਸੀਗੀ, ਉਹਦੇ ਆਧਾਰ 'ਤੇ ਇਹਨਾਂ ਦਾ ਪਲੜਾ ਜਿਹੜਾ ਭਾਰੀ ਹੋਇਆ। ਉਹਦੇ ਆਧਾਰ 'ਤੇ ਪ੍ਰਸ਼ਾਂਤ ਕਿਸ਼ੋਰ ਹੈ ਜਿਹੜਾ ਕਿਸੇ ਨਾ ਕਿਸੇ ਹੱਦ ਤੱਕ ਉਹਨੇ ਕੰਨ 'ਚ ਫੂਕ ਮਾਰੀ ਹੈ ਸੋਨੀਆ ਗਾਂਧੀ ਦੇ ਕਿ ਆਪਾਂ ਅਮਰਿੰਦਰ ਸਿੰਘ ਨੂੰ ਅੱਗੇ ਲਾ ਕੇ ਜਿਹੜੀ ਬੇੜੀ ਹੈ ਉਹ ਪੱਤਨ ਤੋਂ ਗਾਹ ਨਹੀਂ ਲਿਆ ਸਕਦੇ। ਤਾਂ ਇਹ ਗੱਲਾਂ ਕੁਛ ਜਿੱਥੇ ਇਸ਼ੂ ਦੀ ਹੈ ਉੱਥੇ ਅੜਿੱਕੇ ਇਸ ਕਿਸਮ ਦੇ ਬਣਨੇ ਹੀ ਬਣਨੇ ਨੇ। ਇਹਨੂੰ ਵੀ ਥੋੜ੍ਹਾ ਜਿਹਾ ਬੋਲਡ ਹੈ ਜਿਹੜਾ ਹੋਣਾ ਪਏਗਾ ਨਵਜੋਤ ਸਿੱਧੂ ਨੂੰ, ਕਿਉਂਕਿ ਇਹਨਾਂ ਦਾ ਸੁਭਾਅ ਵੀ ਕੁਛ ਇਸ ਕਿਸਮ ਦਾ ਜਾਂ ਤਾਂ ਬਹੁਤੇ ਸਖਤ ਹੋ ਜਾਂਦੇ ਨੇ ਜਾਂ ਬਹੁਤੇ ਨਰਮ ਹੋ ਜਾਂਦੇ ਨੇ। ਹੁਣ ਤੁਸੀਂ ਤਾਂ ਆਪ ਪਟਿਆਲੇ ਦੇ ਹੋ ਅਤੇ ਅਸੀਂ ਪੁਰਾਣੀਆਂ ਗੱਲਾਂ ਸੁਣਦੇ ਹਾਂ ਉਹ ਪਟਿਆਲੇ ਤੋਂ ਕਿ ਇਹਨਾਂ ਦੇ ਜਿਹੜੇ ਪਿਤਾ ਜੀ ਸਰਦਾਰ ਭਗਵੰਤ ਸਿੰਘ ਸੀ ਉਹ ਵੀ ਉੱਥੇ ਰੂਰਲ ਕਾਂਗਰਸ ਦੇ ਜਿਹੜੇ ਹੈਗੇ ਨੇ ਪ੍ਰਧਾਨ ਰਹੇ ਨੇ। ਤਾਂ ਇੱਕ ਵੇਲੇ ਦੱਸਦੇ ਨੇ ਕਿ ਮਾਧਵਰਾਓ ਸਿੰਧੀਆ ਜਦੋਂ ਰੇਲਵੇ ਮਿਨਿਸਟਰ ਸੀ ਤਾਂ ਉਹ ਪਟਿਆਲੇ ਆਏ ਸੀ ਸਰਕਟ ਹਾਊਸ 'ਚ, ਪਰ ਸਰਕਟ ਹਾਊਸ 'ਚ ਆਉਣ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਆਪਣੇ ਮਹਿਲ 'ਚ ਲੈ ਗਏ ਸੀ ਅਤੇ ਮਹਿਲ 'ਚੋਂ ਇਹ ਸੁਨੇਹਾ ਆਇਆ ਸੀ ਕਿ ਸਰਦਾਰ ਭਗਵੰਤ ਸਿੰਘ ਮਹਿਲ 'ਚ ਹਾਜ਼ਰ ਹੋ ਜੇ ਆ ਕੇ। ਤਾਂ ਉਹ ਸਰਕਟ ਹਾਊਸ 'ਚ ਅੜ ਗਏ ਸੀ ਕਾਫੀ। ਉਹ ਕਹਿੰਦੇ ਸੀ ਕਿ ਮੈਂ ਮਹਿਲਾਂ 'ਚ ਕਿਉਂ ਜਾਵਾਂ, ਮੈਂ ਕਾਂਗਰਸ ਦਾ ਪ੍ਰਧਾਨ ਹੈਗਾ। ਤਾਂ ਉਹਨਾਂ ਨੇ ਮਾਧਵਰਾਓ ਸਿੰਧੀਆ ਦੀ ਜਿਹੜੀ ਲਿਆਂਦੀ ਹੋਈ ਕੁਰਸੀ ਜਿੱਥੇ ਬੈਠਣਾ ਸੀ ਉਸ 'ਤੇ ਖਾਲੀ ਕੁਰਸੀ 'ਤੇ ਹਾਰ ਪਾਤੇ ਸੀ। ਤਾਂ ਇਸ ਕਿਸਮ ਦੇ ਇਹਨਾਂ ਦੇ ਪਿਤਾ ਜਿਹੜੇ ਰਹੇ ਨੇ। ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸਿੱਧੂ ਅੱਗੇ ਵੀ ਬਹੁਤ ਸਾਰੀਆਂ ਚੁਣੌਤੀਆਂ ਨੇ। ਹੁਣ ਦੇਖਣਾ ਹੈ ਕਿ ਉਹ ਚੁਣੌਤੀਆਂ ਨੂੰ ਇਹ ਕਿਵੇਂ ਹੈਂਡਲ ਕਰਦੇ ਨੇ। ਜੀ ਚਰਨਜੀਤ ਜੀ, ਇਹ ਤਾਂ ਸੀਗੀ ਕਾਂਗਰਸ ਪਾਰਟੀ ਦੇ ਅੰਦਰੂਨੀ ਕਾਟੋ ਕਲੇਸ਼ ਦੀ ਗੱਲ। ਜੇਕਰ ਦੂਜੇ ਪਾਸੇ ਆਪਾਂ ਨਜ਼ਰ ਮਾਰੀਏ ਤਾਂ ਪੰਜਾਬ ਦਾ ਇੱਕ ਵੱਡਾ ਤਬਕਾ ਸਾਡੇ ਸੂਬੇ ਦੀ ਕਿਸਾਨੀ ਜਿਹੜੀ ਹੈ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਤੇ ਬਰੂਹਾਂ 'ਤੇ ਸੰਘਰਸ਼ ਕਰ ਰਹੀ ਹੈ। ਅਤੇ ਅੱਜ ਦਿੱਲੀ ਪੁਲਿਸ ਨੇ ਵੀ ਇੱਕ ਲੰਬੇ ਅਰਸੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਹੈ, ਕਿਉਂਕਿ ਮੌਨਸੂਨ ਸੈਸ਼ਨ 'ਚ ਕਿਸਾਨ ਜਥੇਬੰਦੀਆਂ ਨੇ ਸੰਸਦ ਵੱਲ ਰੋਸ ਮਾਰਚ ਕਰਨਾ, ਇਸ ਲਈ ਅੱਜ ਉਹਨਾਂ ਨੇ ਇੱਕ ਲੰਬਾ ਸਮਾਂ ਮੀਟਿੰਗ ਚੱਲੀ ਹੈ। ਉਸ ਬਾਰੇ ਵੀ ਚਾਨਣਾ ਪਾਓ ਕਿ ਉਸ ਮੀਟਿੰਗ 'ਚ ਕੀ ਕੁਝ ਗੱਲਾਂ ਹੋਈਆਂ ਜਾਂ ਕੀ ਕੋਈ ਗੱਲ ਤਨ ਬਤਨ ਲੱਗ ਸਕੀ। ਦੇਖੋ ਇਹ ਗੱਲ ਤੁਹਾਡੀ ਠੀਕ ਹੈਗੀ ਹੈ ਕਿ 22 ਜੂਨ ਨੂੰ ਜਿਹੜੀ ਲਾਸਟ ਮੀਟਿੰਗ ਸੰਯੁਕਤ ਕਿਸਾਨ ਮੋਰਚੇ ਦੀ ਐਗਰੀਕਲਚਰ ਮਿਨਿਸਟਰ ਨਰਿੰਦਰ ਤੋਮਰ ਹੋਰਾਂ ਨਾਲ ਹੋਈ ਸੀਗੀ ਔਰ 23 ਜਨਵਰੀ ਨੂੰ ਜਿਹੜੀ ਹੈਗੀ ਆ ਉਹ ਦਿੱਲੀ ਪੁਲਿਸ ਨੇ ਵੀ ਮੀਟਿੰਗ ਕੀਤੀ ਸੀਗੀ। 23 ਜਨਵਰੀ ਤੋਂ ਬਾਅਦ ਅੱਜ ਤੱਕ ਜਿਹੜਾ ਹੈਗਾ ਕੋਈ ਡਾਇਲੋਗ ਹੈ ਜਿਹੜਾ ਸੈਂਟਰ ਨਾਲ ਜਾਂ ਪੁਲਿਸ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਨਹੀਂ ਰਿਹਾ। ਹੁਣ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਆਪਣਾ ਅਗਲਾ ਐਲਾਨ ਕੀਤਾ ਕਿ 22 ਮਾਰਚ ਤੋਂ ਉਹ ਪਾਰਲੀਮੈਂਟ ਵੱਲ ਰੋਸ ਮਾਰਚ ਕਰਨਗੇ, ਤਾਂ ਅੱਜ ਦਿੱਲੀ ਪੁਲਿਸ ਨੇ ਸੰਯੁਕਤ ਕਿਸਾਨ ਮੋਰਚਾ ਦੇ ਕੁਝ ਆਗੂਆਂ ਨੂੰ ਮੀਟਿੰਗ ਲਈ ਬੁਲਾਇਆ ਸੀਗਾ। ਉਸ ਮੀਟਿੰਗ ਦੇ ਵਿੱਚ ਕੀ ਹੋਇਆ ਉਹ ਤਾਂ ਹਜੇ ਤੱਕ ਸਾਡੇ ਸਾਹਮਣੇ ਨਹੀਂ ਆਇਆ, ਪਰ ਉਹਦੇ ਵਿੱਚ ਉਹ ਨੈਗੋਸ਼ੀਏਟ ਕਰਨ ਦੀ ਗੱਲਬਾਤ ਰੱਖ ਰਹੇ ਸੀਗੇ ਕਿ ਜਿਸ ਤਰ੍ਹਾਂ ਪਹਿਲਾਂ ਮਾਰਚ ਬਾਰੇ ਹੋਈ ਸੀ ਜੋ ਰੂਟ ਤੈਅ ਹੋਇਆ ਸੀ 26 ਜਨਵਰੀ ਵਾਲਾ। ਤਾਂ ਇਹ ਗੱਲ ਇਹਨਾਂ ਦੀ ਸੰਯੁਕਤ ਕਿਸਾਨ ਮੋਰਚੇ ਦੀ ਆਲਰੇਡੀ
ਕਲੀਅਰ ਹੈਗੀ ਹੈ ਕਿ ਅਸੀਂ ਸੰਸਦ ਵੱਲ ਰੋਸ ਮਾਰਚ ਕਰਨਾ ਹੈ। ਇਸ ਤੋਂ ਇਲਾਵਾ ਸਾਡਾ ਕੋਈ ਕਿਸੇ ਨਾਲ ਕੋਈ ਪੁਲਿਸ ਨਾਲ ਸਮਝੌਤਾ ਨਹੀਂ, ਸਾਡਾ ਕੋਈ ਸਰਕਾਰ ਨਾਲ ਸਮਝੌਤਾ ਨਹੀਂ। ਅਸੀਂ ਕਿੱਥੋਂ ਦੀ ਜਾਣਾ ਹੈ, ਕਿੱਥੋਂ ਦੀ ਆਉਣਾ ਹੈ, ਇਹ ਸਾਡਾ ਆਪਣਾ ਮਸਲਾ ਹੈ, ਆਪਣਾ ਰੂਟ ਤੈਅ ਹੋਏਗਾ। ਸਾਡੀ ਗਿਣਤੀ ਸੰਖੇਪ ਹੋਏਗੀ ਔਰ ਸਾਡੀ ਗਿਣਤੀ ਆਇਡੈਂਟੀਫਾਈਡ ਹੋਏਗੀ। ਇਹ ਉਹਨਾਂ ਨੇ ਕਲੀਅਰ ਕਰ ਦਿੱਤਾ ਹੈਗਾ ਪੁਲਿਸ ਕੋਲੇ। ਪੁਲਿਸ ਨੂੰ ਇਹ ਵੀ ਕਹਿ ਦਿੱਤਾ ਕਿ ਜਿੱਥੇ ਤੁਸੀਂ ਰੋਕਣਾ ਚਾਹੋ ਸਾਨੂੰ ਰੋਕ ਸਕਦੇ ਹੋ, ਅਰੈਸਟ ਕਰਨਾ ਚਾਹੋ ਸਾਨੂੰ ਅਰੈਸਟ ਕਰ ਸਕਦੇ ਹੋ। ਤਾਂ ਇਹ ਡਾਇਲੋਗ ਹੈ ਜਿਹੜਾ ਮੁੜ ਅੱਜ ਪੁਲਿਸ ਨੇ ਉੱਥੇ ਚਲਾਇਆ, ਚਾਹੇ ਇਹਦਾ ਕਾਰਨ ਸਪਸ਼ਟ ਹੈਗਾ। ਤਾਂ ਇਹ ਤੋਂ ਇਲਾਵਾ ਆਤਿਸ਼ ਉੱਥੇ ਇੱਕ ਡਿਵੈਲਪਮੈਂਟ ਹੋਰ ਹੋਈ ਹੈ ਕਿ ਦਿੱਲੀ ਦੇ ਵਿੱਚ ਕਿ ਜਿਹੜੀ ਮੈਟਰੋ ਸਰਵਿਸ ਹੈ ਉਹ ਮੌਨਸੂਨ ਸੈਸ਼ਨ ਦੇ ਸ਼ੁਰੂ ਹੁੰਦੇ ਜਿਹੜੀ ਉਹ ਬੰਦ ਕਰ ਦਿੱਤੀ ਜਾਏਗੀ। ਜਦੋਂ ਸੈਸ਼ਨ ਪਾਰਲੀਮੈਂਟ ਦਾ ਖਤਮ ਹੋਏਗਾ ਉਹ ਫਿਰ ਚਲਾ ਦਿੱਤੀ। ਉਹਨਾਂ ਨੂੰ ਡਰ ਹੈ ਕਿ ਕਿਸਾਨ ਹੈ ਜਿਹੜੇ ਮੈਟਰੋ ਦੇ ਥਰੂ ਅੱਗੇ ਤੱਕ ਜਿਹੜੇ ਕੋਈ ਸਾਨੂੰ ਚੁਕਾਨੀ ਦੇ ਕੇ ਪਹੁੰਚ ਸਕਦੇ ਨੇ, ਪਰ ਕਿਸਾਨਾਂ ਦਾ ਇਸ ਕਿਸਮ ਦਾ ਕੋਈ ਪ੍ਰੋਗਰਾਮ ਨਹੀਂ। ਤਾਂ ਆਉਣ ਵਾਲੇ ਸੈਸ਼ਨ 'ਚ ਜਿੱਥੇ ਕਿਸਾਨੀ ਦੇ ਇਸ਼ੂ ਨੂੰ ਲੈ ਕੇ ਪਾਰਲੀਮੈਂਟ ਦੇ ਅੰਦਰ ਵਿੱਚ ਇੱਕ ਵੱਡਾ ਰੌਲਾ ਪਏਗਾ, ਉੱਥੇ ਪਾਰਲੀਮੈਂਟ ਦੇ ਬਾਹਰ ਹੈ ਜਿਹੜਾ ਪਾਰਲੀਮੈਂਟ ਤੱਕ ਜਿਹੜਾ ਰੋਸ ਮਾਰਚ ਕਰਨਾ ਹੈ ਉਹ ਵੀ ਕਾਫੀ ਸੁਰਖੀਆਂ ਉਸ ਦੀਆਂ ਬਣੀਆਂ ਰਹਿਣਗੀਆਂ। ਸੰਭਾਵਨਾ ਹੈ ਕਿ ਇਹ ਕਿਸਾਨਾਂ ਦਾ ਮਸਲਾ ਜਿਹੜਾ ਪਾਰਲੀਮੈਂਟ ਦੇ ਅੰਦਰ ਔਰ ਬਾਹਰ ਹੈ ਪੂਰੇ ਸਮੁੱਚੇ ਦੇਸ਼ ਦੇ ਵਿੱਚ ਇੱਕ ਵਾਰੀ ਫੇਰ ਗੂੰਜੇਗਾ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿਸ ਤਰ੍ਹਾਂ ਕਾਂਗਰਸ ਪਾਰਟੀ ਦਾ ਅੰਦਰੂਨੀ ਕਾਟੋ ਕਲੇਸ਼ ਵੱਧਦਾ ਜਾ ਰਿਹਾ ਤੇ ਜੇਕਰ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾ ਵੀ ਦਿੱਤਾ ਜਾਂਦਾ ਤਾਂ ਉਹਨਾਂ ਲਈ ਵੀ ਪ੍ਰਧਾਨਗੀ ਚਲਾਉਣੀ ਸੌਖੀ ਨਹੀਂ ਆ। ਉਹਨਾਂ ਨੂੰ ਵੀ ਕਈ ਤਰ੍ਹਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਹੈਗਾ ਕਰਨਾ ਪਵੇਗਾ। ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਇਹ ਸਪਸ਼ਟ ਕਰ ਦਿੱਤਾ ਵੀ ਕਿ ਉਹਨਾਂ ਦਾ ਸੰਸਦ ਵੱਲ ਰੋਸ ਮਾਰਚ ਜਾਰੀ ਹੋਵੇਗਾ ਤੇ ਉਹ ਇਸ ਰੋਸ ਮਾਰਚ ਨੂੰ ਕਿਸੇ ਵੀ ਤਰ੍ਹਾਂ ਕਰਨਗੇ। ਤੇ ਪਰ ਇਹ ਇੱਕ ਸੀਮਿਤ ਰੋਸ ਮਾਰਚ ਹੋਏਗਾ, ਵਿੱਚ ਬੰਦਿਆਂ ਦੀ ਗਿਣਤੀ ਸੀਮਿਤ ਹੋਵੇਗੀ ਤੇ ਜਿਹੜੇ ਵੀ ਜਾਣਗੇ ਉਹ ਆਇਡੈਂਟੀਫਾਈ ਹੋਣਗੇ। ਇਸ ਲਈ ਉਹਨਾਂ ਦਾ ਹੁਣ ਕਿਵੇਂ ਦਾ ਰੋਸ ਮਾਰਚ ਹੋਏਗਾ ਇਹ 22 ਜੁਲਾਈ ਤੋਂ ਹੀ ਪਤਾ ਲੱਗੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।